स्टूडेंट्स ਹੁਣ ਅਸੀਂ ਕਰਾਂਗੇ ਵੈਨ ਬ੍ਰਿਜ ऑसीलेटर। ਇਹ ऑसीलेटर ਇਸ ਤਰ੍ਹਾਂ ਦਾ ਹੈ ਕਿ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ, ਜਿਵੇਂ ਕਿ ਸਾਨੂੰ ਪਤਾ ਹੈ ਇਸੈਂਸ਼ੀਅਲ ਕੰਡੀਸ਼ਨ ਹੈ ਸਾਡੀ 360 ਡਿਗਰੀ ਜਿਹੜਾ ਫੇਸ ਡਿਫਰੈਂਸ ਹੈ ਉਹ ਅਸੀਂ ਲੈ ਕੇ ਆਉਣਾ ਹੈ। ਸੋ ਇਹਦੇ ਵਿੱਚ ਦੋ ਸਾਡੇ ਕੋਲ ऑसीलेटर्स ਨੇ, ਠੀਕ ਹੈ। ਸੋ ਦੋਨੋਂ ਹੀ ਜਿਹੜੇ ऑसीलेटर्स ਨੇ ਉਹ ਦੋਨੋਂ 180 ਦਾ ਜਿਹੜਾ ਫੇਸ ਡਿਫਰੈਂਸ ਹੈ ਉਹ ਸਾਨੂੰ ਦੇ ਦਿੰਦੇ ਨੇ। ਸੋ ਉਸ ਤਰ੍ਹਾਂ ਕਰਕੇ ਜਿਹੜੀ ਸਾਡੀ ਇਹ ਕੰਡੀਸ਼ਨ ਜਿਹੜੀ ਹੈ ਉਹ ਸਾਡੀ ਇੱਥੇ ਫੁੱਲਫਿਲ ਹੋ ਜਾਂਦੀ ਹੈ। ਇਹਦਾ ਨਾਮ ਜਿਵੇਂ ਕਿ ਵੈਨ ਬ੍ਰਿਜ ऑसीलेटर ਹੈ ਉਹ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿ ਇੱਥੇ ਬੇਸਿਕਲੀ ਇੱਕ ਬ੍ਰਿਜ ਸਰਕਿਟ ਜਿਹੜਾ ਉਹ ਲੱਗਿਆ ਹੋਇਆ ਹੈ। ਬ੍ਰਿਜ ਸਰਕਿਟ ਜਿਹੜਾ ਹੈ ਉਹਦੀਆਂ ਸਾਡੇ ਕੋਲ 4 ਆਰਮਸ ਨੇ, ਠੀਕ ਹੈ। ਦਿਸ ਇਜ਼ ਰੈਜ਼ਿਸਟੈਂਸ R1 R3 R4 ਔਰ ਇਹ ਤੁਹਾਡਾ ਰੈਜ਼ਿਸਟੈਂਸ ਹੈ R2, ਜਿਹਦੇ ਨਾਲ ਇੱਕ C ਜਿਹੜਾ ਕਪੈਸਿਟਰ ਹੈ ਉਹ ਦੋਨੋਂ ਪੈਰਲਲ ਦੇ ਵਿੱਚ ਜਿਹੜੇ ਆ ਉਹ ਲੱਗੇ ਹੋਏ ਨੇ। ਸੋ ਇਹ ਸਾਡੇ ਕੋਲ ਜਿਹੜਾ ਹੈ ਉਹ ਨੈਟਵਰਕ ਜਿਹੜਾ ਉਹ ਬਣਿਆ ਹੋਇਆ ਹੈ। ਹੁਣ ਜਿਹੜੇ ਰੈਜ਼ਿਸਟੈਂਸਿਸ R3 ਨੇ ਤੇ R4 ਨੇ, ਇਹ ਜਿਹੜੇ ਦੋਨੋਂ ਨੇ ਇਹ ਬੇਸਿਕਲੀ ਆਊਟਪੁੱਟ ਨੂੰ ਸਟੇਬਲਾਈਜ਼ ਕਰਨ ਵਾਸਤੇ ਜਿਹੜੇ ਹੈ ਉਹ ਸਾਡੇ ਕੋਲ ਹੈਗੇ ਨੇ। ਸੋ ਇਸ ਸਰਕਿਟ ਦੇ ਵਿੱਚ ਬੇਸਿਕਲੀ ਦੋ ਤਰ੍ਹਾਂ ਦੀ ਫੀਡਬੈਕਸ ਯੂਜ਼ ਹੁੰਦੀ ਹੈ। ਪੋਜ਼ੀਟਿਵ ਫੀਡਬੈਕ ਵੀ ਯੂਜ਼ ਹੁੰਦੀ ਅਤੇ ਨੈਗੇਟਿਵ ਫੀਡਬੈਕ ਵੀ ਜਿਹੜੀ ਹੈ ਉਹ ਯੂਜ਼ ਹੁੰਦੀ ਹੈ। ਪੋਜ਼ੀਟਿਵ ਫੀਡਬੈਕ ਇਜ਼ ਥਰੂ R1 C1 ਔਰ R2 C2, ਇਹ ਫਸਟ ਵਾਲੇ ਜਿਹੜਾ ਸਟੇਜ CE ਟਰਾਂਜ਼ਿਸਟਰ ਹੈ। ਔਰ ਜਿਹੜੀ ਨੈਗੇਟਿਵ ਫੀਡਬੈਕ ਹੈਗੀ ਹੈ ਇਹ ਥਰੂ ਦਾ ਵੋਲਟੇਜ ਡਿਵਾਈਡਰ ਬਾਇਸਿੰਗ ਸਰਕਿਟ ਜਿਹੜੀ ਹੈ ਉਹ ਲੱਗਦੀ ਹੈ। ਸੋ ਇਹਦੇ ਵਿੱਚ ਬੇਸਿਕਲੀ ਇੱਕ ਹੋਰ ਚੀਜ਼ ਹੈ, ਜਿਹੜੇ R4 ਜਿਹੜਾ ਹੈ ਉਹ ਐਕਚੁਅਲੀ ਇੱਕ ਲੈਂਪ ਹੈ। ਲੈਂਪ ਯਾਨੀ ਕਿ ਟੰਗਸਟਨ ਫਿਲਾਮੈਂਟ ਲੈਂਪ ਜਿਹੜਾ ਹੈ ਉਹ ਯੂਜ਼ ਕੀਤਾ ਜਾਂਦਾ ਹੈ। ਇਟ ਇਜ਼ ਯੂਜ਼ ਟੂ ਸਟੇਬਲਾਈਜ਼ ਦ ਐਂਪਲੀਟਿਊਡ ਆਫ ਦ ऑसीलेशंस। अगर ऑसीलेशंस ਦਾ ਐਂਪਲੀਟਿਊਡ ਜਿਹੜਾ ਹੈ ਉਹ ਇਨਕਰੀਜ਼ ਹੁੰਦਾ ਹੈ ਤਾਂ ਰੈਜ਼ਿਸਟੈਂਸ ਜਿਹੜਾ ਹੈ, ਕਿਉਂਕਿ ਉਹ ਟੰਗਸਟਨ ਮੈਟਲ ਦਾ ਬਣਿਆ ਹੋਇਆ ਤੇ ਜ਼ਿਆਦਾ ਕਰੰਟ ਡਰॉ ਕਰੇਗਾ, ਟੈਂਪਰੇਚਰ ਰਾਈਜ਼ ਹੋ ਜਾਏਗਾ। ਜਿੰਨਾ ਜ਼ਿਆਦਾ ਟੈਂਪਰੇਚਰ ਰਾਈਜ਼ ਹੋ ਜਾਏਗਾ ਉਨਾ ਫਿਰ ਜਿਹੜਾ ਰੈਜ਼ਿਸਟੈਂਸ ਹੈਗਾ ਉਹ ਫਿਰ ਉਹਦਾ ਰਿਡਿਊਸ ਹੋ ਜਾਏਗਾ, ਠੀਕ ਹੈ। ਜਿਸ ਕਾਰਨ ਜਿਹੜੀ ਓਵਰਆਲ ਫਿਰ ਇਹ ਜਿਹੜੀ ਪੋਜ਼ੀਟਿਵ ਫੀਡਬੈਕ ਜਿਹੜੀ ਹੈ ਉਹ ਸਾਡੀ ਰਿਡਿਊਸ ਹੋ ਜਾਏਗੀ। ਸੋ ਇਸ ਤਰ੍ਹਾਂ ਜਿਹੜਾ ਐਂਪਲੀਟਿਊਡ ਜਿਹੜਾ ਹੈ ਉਹ ਜਿਹੜਾ ਵਧਿਆ ਹੋਇਆ ਐਂਪਲੀਟਿਊਡ ਜਿਹੜਾ ਉਹ ਸਾਡਾ ਘੱਟ ਜਾਏਗਾ। ਸੋ ਅੱਗੇ ਫਰਦਰ ਇਹਦਾ ਜਿਹੜਾ ਸਰਕਿਟ ਐਨਾਲਿਸਿਸ ਹੈ ਉਹਦੇ ਵਿੱਚ ਅਸੀਂ ਦੇਖਦੇ ਹਾਂ ਕਿ R1 R2 ਦੋਨਾਂ ਨੂੰ ਅਸੀਂ ਇਕੁਅਲ ਕਰ ਦਿੱਤਾ R ਦੇ, ਔਰ C1 C2 ਜਿਹੜੇ ਦੋ ਕਪੈਸਿਟਰਸ ਨੇ ਉਹਨਾਂ ਨੂੰ ਅਸੀਂ C ਦੇ ਇਕੁਅਲ ਕਰਤਾ ਹੈ। ਜਦੋਂ ਬ੍ਰਿਜ ਬੈਲੈਂਸ ਹੋਏਗਾ ਉਦੋਂ ਕੀ ਹੋਏਗਾ, R3/R4 ਜਿਹੜਾ ਹੈ ਉਹ ਜਿੰਨਾ ਵੀ ਇੱਥੇ ਰੈਜ਼ਿਸਟੈਂਸ ਹੈ ਬੇਸਿਕਲੀ ਇੰਪੀਡੈਂਸ R1 C1 ਦਾ ਕੰਬਾਈਨਡ ਅਤੇ ਇੱਧਰੋਂ R2 C2 ਦਾ ਜਿਹੜਾ ਇੰਪੀਡੈਂਸ ਹੈ ਕੰਬਾਈਨਡ ਉਹਦੇ ਜਿਹੜਾ ਵਾ ਉਹ ਇਕੁਅਲ ਹੋਏਗਾ। ਸੋ R3/R4 ਇਜ਼ ਇਕੁਅਲ ਟੂ ਇੰਪੀਡੈਂਸ ਡਿਊ ਟੂ ਦਿਸ ਡਿਵਾਈਡਡ ਬਾਈ ਇੰਪੀਡੈਂਸ ਡਿਊ ਟੂ ਦਿਸ। ਸੋ ਜਿਹੜਾ ਇੰਪੀਡੈਂਸ ਇਸ ਉੱਪਰ ਵਾਲੇ ਜਿਹੜਾ ਸਰਕਿਟ ਹੈ R1 C1 ਉਹਦੇ ਕਰਕੇ ਜਿਹੜਾ ਇੰਪੀਡੈਂਸ ਹੈ ਉਹ ਸਾਡੇ ਕੋਲ ਹੋਏਗਾ R1 + 1/i⍵c, ਕਿਉਂਕਿ R1 R ਦੇ ਇਕੁਅਲ ਹੈ। ਸੋ R + 1/i⍵c ਲਿਖਿਆ ਹੋਇਆ। ਔਰ ਕਿਉਂਕਿ ਨੀਚੇ ਪੈਰਲਲ ਕੰਬੀਨੇਸ਼ਨ ਹੈ ਸੋ ਜਿਹੜਾ ਇਹਦਾ ਰੈਜ਼ਿਸਟੈਂਸਿਸ ਦੀ ਜਿਹੜੀ ਵੈਲਿਊਜ਼ ਆ ਉਹ ਆਪਾਂ ਇਸ ਤਰ੍ਹਾਂ ਜਿਹੜੀ ਕੈਲਕੂਲੇਟ ਕਰਾਂਗੇ, ਜਿਹੜਾ ਇਨਵਰਸ ਵਾਲਾ ਮੈਥਡ ਬੇਸਿਕਲੀ। ਸੋ ਇਹ ਜਿਹੜਾ ਉਹ ਇੱਥੇ ਸੋਲਵ ਕੀਤਾ ਹੋਇਆ ਹੈ। ਸਪੋਜ਼ ਅਸੀਂ ਇਹਨੂੰ R ਲੈ ਲੈਂਦੇ ਹਾਂ तो ये 1/R2 + 1/i⍵c2 आ जाएगा। सो ਇੱਥੋਂ ਫਿਰ ਜਿਹੜਾ ਉਹ ਅਸੀਂ ਇਹਨੂੰ ਜਦੋਂ ਇਹਦਾ ਐਲਸੀਐਮ ਲੈਂਦੇ ਹਾਂ ਤਾਂ ਸਾਡੇ ਕੋਲ ਇਹ ਜਿਹੜਾ ਫੈਕਟਰ ਹੈ ਸਾਡੇ ਕੋਲ ਆਉਂਦਾ, ਠੀਕ ਹੈ। ਸੋ ਇਹਨੂੰ ਜਦੋਂ ਅਸੀਂ ਜਿਹੜਾ ਇਹਨਾਂ ਦੋਵਾਂ ਨੂੰ ਜਦੋਂ ਅਸੀਂ ਡਿਵੀਜ਼ਨ ਕਰਦੇ ਹਾਂ ਜਾਂ ਇਹਨੂੰ ਸੋਲਵ ਕਰਦੇ ਹਾਂ ਤਾਂ ਸਾਡੇ ਕੋਲ ਇਹ ਜਿਹੜਾ ਫੈਕਟਰ ਹੈ ਸਾਡੇ ਕੋਲ ਆਉਂਦਾ ਹੈ। ਅਗਰ ਅਸੀਂ ਇੱਥੇ ਵੀ ਇਕੁਏਟ ਕਰੀਏ ਰੀਅਲ ਪਾਰਟਸ, ਤੁਸੀਂ ਦੇਖ ਸਕਦੇ ਹੋ ਸਿਰਫ ਇੱਕੋ ਹੀ ਰੀਅਲ ਪਾਰਟ ਹੈ ਵਿਚ ਇਜ਼ 2। ਸੋ R3 ਦੀ ਵੈਲਿਊ ਜਿਹੜੀ ਹੈ 2R4 ਹੋ ਜਾਂਦੀ ਹੈ। ਸੋ ਦਿਸ ਇਜ਼ ਯੂਅਰ R3 ਔਰ ਇਹ ਜਿਹੜੀ ਹੈ ਟਵਾਈਸ ਆਫ R4 ਜਿਹੜਾ ਉਹ ਸਾਡੇ ਕੋਲ ਆ ਜਾਂਦੀ ਹੈ। ਜਦੋਂ ਅਸੀਂ ਇਮੈਜਨਰੀ ਪਾਰਟਸ ਯਾਨੀ ਕਿ ਇਸ ਪਾਰਟ ਨੂੰ ਜਦੋਂ ਅਸੀਂ ਇਕੁਏਟ ਕਰਦੇ ਹਾਂ, ਠੀਕ ਹੈ, ਇੱਧਰ ਵਾਲੇ ਪਾਰਟ ਦੇ ਵਿੱਚ 0 ਹੀ ਹੈ, ਕੁਝ ਵੀ ਨਹੀਂ ਹੈ। ਸੋ ਇਹ ਵਾਲੀ ਜਦੋਂ ਵੈਲਿਊ 0 ਦੇ ਇਕੁਅਲ ਤੁਸੀਂ ਕਰੋਗੇ ਸੋ ਸਾਡੇ ਕੋਲ ਫਿਰ ਨੀਚੇ ਵਾਲਾ ਪਾਰਟ 0 ਹੋ ਜਾਣਾ, ਫਿਰ R² ਦੀ ਵੈਲਿਊ ਜਿਹੜੀ ਹੈ ਸਾਡੇ ਕੋਲ 1/ω² ਆਏਗੀ। ਸੋ ਇੱਥੋਂ ਜਿਹੜਾ ਸਾਡੇ ਕੋਲ R ਦੀ ਵੈਲਿਊ ਆ ਜਾਂਦੀ 1/ω⍵c। ਸੋ F ਦੀ ਜਿਹੜੀ ਜਾਂ ਓਮੇਗਾ ਦੀ ਵੈਲਿਊ ਕਹਿ ਲਓ 1/RC ਹੋ ਜਾਂਦੀ ਹੈ। ਸੋ F ਦੀ ਵੈਲਿਊ ਕੀ ਹੋ ਜਾਏਗੀ 1/2πω। ਸੋ ਉਹ ਫਿਰ ਤੁਹਾਡੇ ਕੋਲ ਆ ਜਾਏਗੀ ω/2π। ਸੋ ਇਹ ਆ ਜਾਏਗੀ 1/2πRC। ਸੋ ਇਹ ਜਿਹੜੀ ਫ੍ਰੀਕੁਐਂਸੀ ਹੈ ਇਹ ਸਾਡੇ ਕੋਲ ਇਸ ਤਰ੍ਹਾਂ ਨਿਕਲਦੀ ਹੈ। ਔਰ ਜਦੋਂ ਬ੍ਰਿਜ ਬੈਲੈਂਸ ਹੋ ਜਾਂਦਾ ਯਾਨੀ ਕਿ ਜਿਹੜਾ V2 ਹੈ ਉਹ V1 ਦੇ ਇਕੁਅਲ ਆਉਂਦਾ, ਯਾਨੀ ਕਿ
ਇਹ ਵਾਲਾ ਜਿਹੜਾ V1 ਹੈ ਇਹ ਤੁਹਾਡਾ V2, ਕਿਉਂਕਿ ਦੋਨੋਂ ਜਿਹੜੇ ਨੇ ਇਕੁਅਲ ਹੋਣੇ ਨੇ ਉਸ ਟਾਈਮ 'ਤੇ ਪੋਟੈਂਸ਼ੀਅਲ। ਜਦੋਂ ਬ੍ਰਿਜ ਬੈਲੈਂਸ ਹੋ ਜਾਂਦਾ ਹੈ ਤਾਂ ਉਸ ਟਾਈਮ 'ਤੇ ਜਿਹੜਾ V2 ਇਜ਼ ਇਕੁਅਲ ਟੂ V1 ਇਜ਼ ਇਕੁਅਲ ਟੂ V2 ਹੈ, ਇਹ ਤੁਹਾਡਾ ਇਕੁਅਲ ਹੋ ਜਾਏਗਾ R4/R3 ਪਲੱਸ R4 ਦੇ ਇਸ ਤਰੀਕੇ ਨਾਲ। ਸੋ ਉੱਪਰ ਅਸੀਂ ਜਿਹੜਾ R3/R4 ਦੀ ਵੈਲਿਊ ਅਸੀਂ 2 ਨਿਕਾਲੀ ਹੋਈ ਹੈ। ਜਦੋਂ ਅਸੀਂ ਇਹਦੇ ਵਿੱਚ ਇਹਨੂੰ ਵੈਲਿਊ ਨੂੰ ਫਿਲ ਕਰਦੇ ਹਾਂ ਤਾਂ ਸਾਡੇ ਕੋਲ ਆ ਜਾਂਦੀ ਹੈ 1/3 V0, ਯਾਨੀ ਕਿ V0/3 ਜਿਹੜੀ ਹੈ ਸਾਡੇ ਕੋਲ ਵੈਲਿਊ ਆ ਜਾਂਦੀ ਹੈ। ਸੋ ਇਸ ਇਕੁਏਸ਼ਨ ਨੂੰ ਮਤਲਬ ਇਹਨੂੰ ਅਸੀਂ ਯੂਜ਼ ਕਰਕੇ ਅਸੀਂ ਇੱਥੋਂ ਤੱਕ ਜਿਹੜਾ ਅਸੀਂ ਪਹੁੰਚਦੇ ਹਾਂ। ਬਟ ਹੁਣ ਇੱਥੇ ਇੱਕ ਚੀਜ਼ ਦੇਖਣ ਵਾਲੀ ਇਹ ਹੈ ਕਿ ਇਹ ਸਾਡੇ ਕੋਲ ਹੈਗਾ ਹੈ V1 ਇਸ ਪੁਆਇੰਟ 'ਤੇ, ਇਹ ਵਾਲੀ ਠੀਕ ਹੈ। ਇਹ ਤੁਹਾਡੇ ਕੋਲ ਹੈਗਾ ਇੱਥੇ ਪੋਟੈਂਸ਼ੀਅਲ V2 ਹੈ ਨਾ ਇਸ ਪੁਆਇੰਟ 'ਤੇ। ਸੋ ਸਸਟੇਨਡ ਔਸੀਲੇਸ਼ਨਸ ਹੋਣ ਦੇ ਲਈ ਮਤਲਬ ਹੁਣ ਜਿਹੜਾ ਔਸੀਲੇਟਰ ਹੈ ਇਹਨੂੰ ਵੀ ਤਾਂ ਕੋਈ ਇਨਪੁਟ ਚਾਹੀਦੀ ਹੈ ਨਾ। ਇਹਨੂੰ ਇਨਪੁਟ ਦੇਣ ਦੇ ਲਈ ਇਹਦਾ ਜਿਹੜਾ ਡਿਫਰੈਂਸ ਹੈ ਇਹ 0 ਨਹੀਂ ਹੋਣਾ ਚਾਹੀਦਾ। ਸੋ ਇਨ ਸ਼ਾਰਟ ਵੀ ਕੈਨ ਸੇ ਕਿ ਜਿਹੜਾ VI ਹੈ ਯਾਨੀ ਕਿ ਜਿਹੜਾ ਕਿ V1 ਮਾਈਨਸ V0 ਹੈ, ਇਟ ਮਸਟ ਨਾਟ ਬੀ ਇਕੁਅਲ ਟੂ 0। ਸੋ V1 ਜਿਹੜਾ ਵਾ ਉਹਨੂੰ V2 ਦੇ ਇਕੁਅਲ ਨਹੀਂ ਹੋਣਾ ਚਾਹੀਦਾ। ਸੋ ਅਸੀਂ ਇਹੀ ਨਿਕਾਲਿਆ ਸੀਗਾ ਕਿ V1/V0 ਇਜ਼ ਇਕੁਅਲ ਟੂ 1/3 ਜਾਂ V2/V0 ਇਜ਼ ਇਕੁਅਲ ਟੂ 1/3, ਇਹ ਚੀਜ਼ ਅਸੀਂ ਨਿਕਾਲੀ ਸੀ। ਬੈਲੈਂਸ ਪੁਆਇੰਟ 'ਤੇ ਅਸੀਂ ਇਹ ਚੀਜ਼ ਨਿਕਾਲੀ ਸੀ। ਸੋ ਇਹ ਜਿਹੜੀ ਚੀਜ਼ ਹੈ ਇਟ ਸ਼ੁੱਡ ਬੀ ਵੇਰਿੰਗ, ਠੀਕ ਹੈ। ਸੋ ਇਹਦੀ ਜਿਹੜੀ ਵੈਲਿਊ ਹੈ R4/R3 ਪਲੱਸ R4 ਦੀ, ਇਹਦੀ ਵੈਲਿਊ ਹੋਣੀ ਚਾਹੀਦੀ ਹੈ 1/3 ਤੋਂ ਘੱਟ ਹੋਣੀ ਚਾਹੀਦੀ ਹੈ। ਇਟ ਮਸਟ ਬੀ ਲੈਸ ਦੈਨ 1/3। ਸੋ ਉਹਨੂੰ ਲੈਸ ਕਰਨ ਦੇ ਲਈ ਅਸੀਂ ਇਹਦੇ ਵਿੱਚ ਇੱਕ ਫੈਕਟਰ ਮਾਈਨਸ ਕਰ ਰਹੇ ਹਾਂ, 1/n ਫੈਕਟਰ ਮਾਈਨਸ ਕਰ ਰਹੇ ਹਾਂ। ਹੁਣ ਤੁਸੀਂ ਦੇਖੋ ਕਿ ਇਹਦੀ ਵੈਲਿਊ R4/R3 ਪਲੱਸ R4 ਨੇ ਹੈਗੇ ਸਾਰੇ ਰੈਜ਼ਿਸਟੈਂਸਿਸ ਹੈ, ਇਹਨਾਂ ਦੀ ਜਿਹੜੀ ਵੈਲਿਊ ਹੈ ਇਹ ਹਮੇਸ਼ਾ ਪੋਜ਼ਿਟਿਵ ਹੀ ਹੋਏਗੀ, ਠੀਕ ਹੈ। ਸੋ ਇਸ ਫੈਕਟਰ ਦੀ ਵੈਲਿਊ ਪੋਜ਼ਿਟਿਵ ਕਦੋਂ ਹੋਏਗੀ? ਜਦੋਂ n ਦੀ ਵੈਲਿਊ 3 ਤੋਂ ਜ਼ਿਆਦਾ ਹੋਏਗੀ। ਦੇਖੋ ਅਸੀਂ n ਦੀ ਵੈਲਿਊ ਕੋਈ ਵੀ ਆਪਾਂ ਸਪੋਜ਼ ਜੇ ਆਪਾਂ 3 ਲੈ ਲਈਏ ਤਾਂ 0 ਹੀ ਹੋ ਜਾਏਗਾ, ਮਤਲਬ R4 ਦੀ ਵੈਲਿਊ 0 ਹੈ। ਅਗਰ ਅਸੀਂ n ਦੀ ਵੈਲਿਊ 4 ਲੈ ਲਈਏ ਜਾਂ 5 ਲੈ ਲਈਏ, ਠੀਕ ਹੈ। ਸੋ ਫਿਰ ਕੀ ਹੋਏਗਾ ਕਿ 1/3 ਜਿਹੜੀ ਹੈ ਉਹ ਗ੍ਰੇਟਰ ਕੁਆਂਟੀਟੀ ਬਣ ਜਾਏਗੀ 1/n ਤੋਂ। ਸੋ ਉਸ ਟਾਈਮ 'ਤੇ ਜਿਹੜਾ R4/R3 ਪਲੱਸ R4 ਹੈ ਇਹ ਸਾਡਾ ਪੋਜ਼ਿਟਿਵ ਹੋਏਗਾ। ਉਸ ਟਾਈਮ 'ਤੇ ਜਿਹੜਾ ਬ੍ਰਿਜ ਜਿਹੜਾ ਉਹ ਅਨਬੈਲੈਂਸ ਹੋਏਗਾ, ਤਾਂ ਹੀ ਜਿਹੜਾ VI ਜਿਹੜਾ ਉਹ ਤੁਹਾਡਾ 0 ਦੇ ਇਕੁਅਲ ਨਹੀਂ ਹੋਏਗਾ। ਸੋ ਆਹ ਚੀਜ਼ ਆਪਾਂ ਨਿਕਾਲ ਚੁੱਕੇ ਹਾਂ, V1/V0 ਇਜ਼ ਇਕੁਅਲ ਟੂ 1/3, ਠੀਕ ਹੈ। ਇਹ ਅਸੀਂ ਕਰਨਾ ਹੈ ਬਾਈ ਐਡਜਸਟਿੰਗ ਦ ਰੇਸ਼ੀਓ ਆਫ R3/R4, ਠੀਕ ਹੈ। ਔਰ V2/V0 ਦੀ ਵੈਲਿਊ ਸਾਡੇ ਕੋਲ ਇਹ ਹੈਗੀ ਹੈ, ਤਾਂ ਹੀ ਇਹਨਾਂ ਦੋਵਾਂ ਦਾ ਡਿਫਰੈਂਸ ਜਿਹੜਾ ਉਹ 1/n ਹੋਏਗਾ। ਸੋ ਅਲਟੀਮੇਟਲੀ ਸਾਡੇ ਕੋਲ ਆ ਰਿਹਾ ਹੈ, ਜਦੋਂ ਅਸੀਂ ਇਨ ਦੋਵਾਂ ਨੂੰ ਫੀਡਬੈਕ ਵੋਲਟੇਜ ਦੀ ਵੈਲਿਊ ਨਿਕਾਲਦੇ ਹਾਂ, VI ਦੀ ਵੈਲਿਊ ਨਿਕਾਲਦੇ ਹਾਂ, ਉਹ ਸਾਡੇ ਕੋਲ ਆ ਜਾਂਦੀ ਹੈ V1 ਮਾਈਨਸ V2, ਠੀਕ ਹੈ। ਸੋ 1/3 ਮਾਈਨਸ 1/3 ਫਿਰ ਇਹ ਪੋਜ਼ਿਟਿਵ ਦਾ ਸਾਈਨ ਹੋ ਗਿਆ। ਸੋ ਅਲਟੀਮੇਟਲੀ ਇਹ VI ਦੀ ਵੈਲਿਊ V0/n ਆ ਗਈ, ਠੀਕ ਹੈ। ਸੋ VI ਅਤੇ V0 ਜਿਹੜੇ ਉਹ ਦੋਨੋਂ ਇਨ ਫੇਜ਼ ਹੈ, ਇਹ ਤਾਂ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ, ਕਿਉਂਕਿ ਸਾਡੇ ਕੋਲ ਦੋ ਹੈਗੇ ਨੇ ਟਰਾਂਜ਼ਿਸਟਰ। ਜਿਹੜਾ ਫਸਟ ਟਰਾਂਜ਼ਿਸਟਰ ਆ ਉਹ ਐਜ਼ ਐਨ ਔਸੀਲੇਟਰ ਐਕਟ ਕਰਦਾ ਹੈ, ਐਜ਼ ਐਨ ਐਂਪਲੀਫਾਇਰ ਐਕਟ ਕਰਦਾ ਹੈ, ਔਰ ਉਹ ਇੰਟਰੋਡਿਊਸ ਕਰਦਾ ਫੇਜ਼ ਡਿਫਰੈਂਸ 180 ਦਾ। ਮੋਰ ਓਵਰ ਜਿਹੜਾ ਸੈਕਿੰਡ ਵਾਲਾ ਜਿਹੜਾ ਟਰਾਂਜ਼ਿਸਟਰ ਹੈ ਉਹ ਉਸੇ 180 ਨੂੰ ਦੁਬਾਰਾ ਹੋਰ 180 ਉਹਦੇ 'ਚ ਐਡ ਕਰਕੇ ਸਾਡਾ ਜਿਹੜਾ ਬਾਰਕਿਊਨਸ ਕ੍ਰਾਈਟੀਰੀਅਨ ਹੈ, ਜਿਹਦੇ ਵਿੱਚ ਕੀ ਹੈ ਕਿ ਫੇਜ਼ ਡਿਫਰੈਂਸ 360 ਹੋਣਾ ਚਾਹੁੰਦਾ, ਉਹਨੂੰ ਫੁਲਫਿਲ ਕਰ ਦਿੰਦਾ ਹੈ। ਸੋ ਇਸ ਤਰ੍ਹਾਂ ਸਾਡੇ ਕੋਲ ਜਿਹੜਾ ਬੀਟਾ ਹੈ ਵਿਚ ਇਜ਼ VI/V0, ਮਤਲਬ ਫੀਡਬੈਕ ਵੋਲਟੇਜ ਡਿਵਾਈਡਡ ਬਾਈ ਦਾ ਆਊਟਪੁੱਟ ਵੋਲਟੇਜ, ਉਹਦੀ ਵੈਲਿਊ ਫਿਰ ਸਾਡੇ ਕੋਲ 1/n ਆ ਜਾਂਦੀ ਹੈ, ਠੀਕ ਹੈ। ਸੋ ਅਗਰ ਅਸੀਂ A ਬੀਟਾ ਦੀ ਵੈਲਿਊ 1 ਲਈਏ ਤਾਂ A ਦੀ ਵੈਲਿਊ ਕੀ ਆ ਜਾਏਗੀ? ਸਾਡੇ ਕੋਲ n ਆ ਜਾਏਗੀ। ਸੋ n ਦੀ ਵੈਲਿਊ 3 ਤੋਂ ਜ਼ਿਆਦਾ ਹੋਣੀ ਚਾਹੀਦੀ। ਸੋ ਦਿਸ ਇਜ਼ ਅਗੇਨ ਇੱਕ ਕੰਡੀਸ਼ਨ ਆ ਗਈ ਸਾਡੇ ਕੋਲ ਕਿ ਇਹ ਜਿਹੜੀਆਂ ਜਦੋਂ A ਬੀਟਾ ਦੀ ਵੈਲਿਊ ਜਿਹੜੀ ਹੈ n ਦੀ ਵੈਲਿਊ ਜਦੋਂ 3 ਤੋਂ ਜ਼ਿਆਦਾ ਹੋਏਗੀ, ਹੈ ਨਾ, ਉਦੋਂ ਹੀ ਜਿਹੜਾ ਹੈ ਸਾਡੇ ਕੋਲ ਜਿਹੜੀ ਔਸੀਲੇਸ਼ਨਸ ਜਿਹੜੀਆਂ ਨੇ ਉਹ ਸੈਟਅਪ ਹੋਣਗੀਆਂ, ਠੀਕ ਹੈ। ਸੋ ਇਹ ਇੱਕ ਸਾਡੇ ਕੋਲ ਕੰਡੀਸ਼ਨ ਹੈ ਕਿ A ਦੀ ਵੈਲਿਊ ਜਿਹੜੀ ਆ ਉਹ 9 ਹੈਗੀ ਆ। ਪਰ ਜਿਸ ਤਰ੍ਹਾਂ A ਜਿਹੜਾ ਉਹ ਵੱਧਦਾ ਹੈ, ਠੀਕ ਹੈ, ਫਿਰ ਜਿਵੇਂ ਅਸੀਂ ਪਹਿਲੇ ਡਿਸਕਸ ਕਰ ਚੁੱਕੇ ਹਾਂ ਕਿ ਜਿਹੜਾ ਟੰਗਸਟਨ ਲੈਂਪ ਹੈਗਾ ਜਿਹੜੇ ਕਿ R4 ਦੀ ਜਗ੍ਹਾ 'ਤੇ ਉੱਪਰ ਲੱਗਾ ਹੋਇਆ ਹੈ, ਯੈਸ ਇਟ ਇਜ਼ R4 ਦੀ ਜਗ੍ਹਾ 'ਤੇ ਜਦੋਂ ਲੱਗਾ ਹੋਇਆ ਉਹ ਵਾਲਾ ਉਹ ਕੀ ਕਰਦਾ, ਉਹ ਹੀਟ ਅਪ ਕਰ ਲੈਂਦਾ, ਜਿਹਦੇ ਨਾਲ ਉਹਦਾ ਆਪਣਾ ਰੈਜ਼ਿਸਟੈਂਸ ਵੱਧ ਜਾਂਦਾ ਹੈ, ਜਿਹਦੇ ਕਾਰਨ ਕਿ ਕਰੰਟ ਇਨਕਰੀਜ਼ ਹੋ ਜਾਂਦਾ ਹੈ। ਸੋ ਕਰੰਟ ਇਨਕਰੀਜ਼ ਹੋ ਗਿਆ, ਸੋ ਉਹਦੇ ਨਾਲ ਹੀ ਐਸੋਸੀਏਟਿਡ ਹੈ ਨੈਗੇਟਿਵ ਫੀਡਬੈਕ। ਸੋ ਨੈਗੇਟਿਵ ਫੀਡਬੈਕ ਇਨਕਰੀਜ਼ ਹੋ ਗਈ, ਠੀਕ ਹੈ, ਜਿਹੜੀ ਕਿ ਅਲਟੀਮੇਟਲੀ ਉਹਨੂੰ ਆਪਣੀ ਓਰੀਜਨਲ ਵੈਲਿਊ 'ਤੇ ਲੈ ਆਉਂਦੀ ਹੈ। ਸੋ ਇਸ ਤਰ੍ਹਾਂ ਇੱਕ ਜਿਹੜੀ ਇਹ ਵਾਲੀ ਜਿਹੜੀ A ਬੀਟਾ ਇਜ਼ ਇਕੁਅਲ ਟੂ 1 ਜਿਹੜੀ ਕੰਡੀਸ਼ਨ ਹੈ ਦੁਬਾਰਾ ਤੋਂ ਮੇਨਟੇਨ ਹੋ ਜਾਂਦੀ ਹੈ।
मतलब ਵਧਣ ਲੱਗਦੀ ਹੈ, ਬਟ ਜਿਹੜਾ ਟੰਗਸਟਨ ਲੈਂਪ ਹੈ ਉਹ ਉਹਨੂੰ ਅਗੇਨ ਡਿਕਰੀਜ਼ ਕਰਕੇ ਫਿਰ ਇਹ ਬੀਟਾ ਦੀ ਵੈਲਿਊ ਨੂੰ 1 ਲੈ ਆਉਂਦਾ ਹੈ ਫॉर ਸਸਟੇਨਡ ऑसिलेशंस। ਸੋ ਇਹ ਜਿਹੜਾ ਇੱਕ ਬਹੁਤ ਵਧੀਆ ਕਹਿ ਲਓ ਐਂਪਲੀਫਾਇਰ ਹੈ। ਇਹ 2 ਸਟੇਜ ਐਂਪਲੀਫਾਇਰ ਹੈ। ਪਹਿਲੀ ਗੱਲ, ਇਹਦਾ ਗੇਨ ਬਹੁਤ ਜ਼ਿਆਦਾ ਹਾਈ ਹੈ। ਇਹ ਜਿਹੜੀ ਸਾਈਨ ਵੇਵ ਹੈ ਜਿਹੜੀ ਸਭ ਤੋਂ ਜ਼ਿਆਦਾ ਵਧੀਆ ਜਿਹੜੀ ਸ਼ੇਪ ਦੀ ਜਿਹੜੀ ਹੈ ਪ੍ਰੋਡਿਊਸ ਹੁੰਦੀ ਹੈ। ਇਹਦੀ ਸਟੇਬਿਲਿਟੀ ਬਹੁਤ ਜ਼ਿਆਦਾ ਹੈਗੀ ਹੈ। ਇਹ ਇੱਕ ਰੇਂਜ ਆਫ ਫ੍ਰੀਕੁਐਂਸੀਜ਼ ਨੇ ਜਿਹਦੇ ਉੱਪਰ ਇਹ ਵਰਕ ਕਰ ਸਕਦਾ ਹੈ, ਠੀਕ ਹੈ। ਸੋ ਇਹ ਦੀਆਂ ਐਡਵਾਂਟੇਜਸ ਨੇ। ਡਿਸਐਡਵਾਂਟੇਜਸ ਵਿੱਚ ਇਹ ਆ ਜਾਂਦੀਆਂ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਨੰਬਰ ਆਫ ਕੰਪੋਨੈਂਟਸ ਹੈ। ਜਿਵੇਂ ਅਗਰ ਤੁਸੀਂ ਕਾਊਂਟ ਕਰੋਗੇ ਤਾਂ ਕਪੈਸਿਟਰਸ ਵੀ ਬਹੁਤ ਜ਼ਿਆਦਾ ਨੇ, ਰੈਜ਼ਿਸਟੈਂਸਿਸ ਵੀ ਆਲਮੋਸਟ 6 ਰੈਜ਼ਿਸਟੈਂਸ ਨੇ ਆਈ ਥਿੰਕ, ਅਤੇ ਓਵਰਆਲ ਤੁਸੀਂ ਦੇਖੋ 6 ਤੱਕ ਜਾਂਦਾ ਹੈ। ਸੋ 6 ਤੁਹਾਡੇ ਕੋਲ ਕਪੈਸਿਟਰ ਨੇ, ਰੈਜ਼ਿਸਟੈਂਸਿਸ ਤੁਹਾਡੇ ਕੋਲ 11 ਰੈਜ਼ਿਸਟੈਂਸਿਸ ਨੇ। ਸੋ ਇੰਨੇ ਜ਼ਿਆਦਾ ਨੰਬਰ ਆਫ ਕੰਪੋਨੈਂਟਸ ਜਿਹੜੇ ਆ ਇਹਦੇ ਵਿੱਚ ਇਨਕਲੂਡ ਕੀਤੇ ਜਾਂਦੇ। ਸੋ ਇਸ ਲਈ ਇਹਦੀ ਇੱਕ ਥੋੜ੍ਹੀ ਡਿਸਐਡਵਾਂਟੇਜ ਹੈ ਤੁਸੀਂ ਕਹਿ ਸਕਦੇ ਹੋ, ਬਟ ਅਦਰਵਾਈਜ਼ ਜਿਹੜੀ ਇਹਦੀ ਵਰਕਿੰਗ ਹੈ ਉਹ ਬਹੁਤ ਹੀ ਜ਼ਿਆਦਾ ਵਧੀਆ ਹੈ।